ਹਾਂਜੀ ਸਟੂਡੈਂਟਸ, ਅੱਜ ਅਸੀਂ ਆਪਣੀ 12ਵੀਂ ਕਲਾਸ ਦੇ ਸੈਕਸ਼ਨ ਏ ਦੇ 7ਵੇਂ ਐਸੇ ਇਨ ਸੈਲੀਬ੍ਰੇਸ਼ਨ ਆਫ ਬੀਇੰਗ ਅਲਾਈਵ, ਜਿਸ ਨੂੰ ਕਿ ਡਾਕਟਰ ਕ੍ਰਿਸਚੀਅਨ ਬਰਨਰਡ ਨੇ ਲਿਖਿਆ ਹੋਇਆ ਹੈ, ਇਸ ਐਸੇ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕਵਰ ਕਰਾਂਗੇ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ +2 ਕਲਾਸ ਜਨਰਲ ਇੰਗਲਿਸ਼ ਦੇ ਪਹਿਲੇ 6 ਐਸੇ ਹਸਨਸ ਅਟੈਂਡੈਂਸ ਪ੍ਰੋਬਲਮ, ਦਾ ਮਾਰਚ ਕਿੰਗ, thinking out of the box, lateral thinking, on saying please, the story of my life ਅਤੇ two gentlemen of Verona, ਇਹਨਾਂ ਸਾਰੇ ਐਸੇਜ਼ ਦੇ ਮੈਂ ਕੰਪਰੀਹੈਂਸਿਵ ਐਕਸਪਲੇਨੇਸ਼ਨ ਦੇ ਵੀਡੀਓਜ਼, ਉਹਨਾਂ ਦੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਦੇ ਵੀਡੀਓਜ਼, ਲੌਂਗ ਆਨਸਰ ਟਾਈਪ ਕੁਐਸਚਨ ਦੇ ਵੀਡੀਓਜ਼ ਅਤੇ ਇਹਨਾਂ ਚੈਪਟਰਸ ਦੇ ਐਂਡ ਦੇ ਵਿੱਚ ਦਿੱਤੀਆਂ ਹੋਈਆਂ ਐਕਸਰਸਾਈਜ਼ਸ ਦੇ ਵਿਦ ਸੋਲੂਸ਼ਨ ਵਾਲੇ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਹੈ ਕਿ ਤੁਸੀਂ ਇਹ ਸਾਰੇ ਵੀਡੀਓਜ਼ ਜ਼ਰੂਰ ਦੇਖੇ ਹੋਣਗੇ। ਜੇਕਰ ਤੁਹਾਡਾ ਕੋਈ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ +2 ਜਨਰਲ ਇੰਗਲਿਸ਼ ਦੀ ਪਲੇਲਿਸਟ ਦਾ ਲਿੰਕ ਇਸ ਸਕਰੀਨ ਦੇ ਟੌਪ 'ਤੇ ਪ੍ਰੋਵਾਈਡ ਕਰ ਰਿਹਾ ਹਾਂ। ਉਸ ਲਿੰਕ 'ਤੇ ਜਾ ਕੇ ਤੁਸੀਂ ਉਹ ਸਾਰੇ ਵੀਡੀਓਜ਼ ਦੇਖ ਸਕਦੇ ਹੋ ਜੋ ਤੁਹਾਡੇ ਮਿਸ ਹੋਏ ਨੇ। ਸਟੂਡੈਂਟਸ, ਐਸੇ ਸ਼ੁਰੂ ਕਰਨ ਤੋਂ ਪਹਿਲਾਂ ਰਾਈਟਰ ਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ। ਤਾਂ ਇਨ ਸੈਲੀਬ੍ਰੇਸ਼ਨ ਆਫ ਬੀਇੰਗ ਅਲਾਈਵ ਡਾਕਟਰ ਕ੍ਰਿਸਚੀਅਨ ਬਰਨਰਡ ਦਾ ਲਿਖਿਆ ਹੋਇਆ ਹੈ। ਤਾਂ ਪਹਿਲਾਂ ਅਸੀਂ ਇੰਟਰੋਡਕਟਰੀ ਪੈਰਾਗ੍ਰਾਫ ਪੜ੍ਹ ਲੈਂਦੇ ਹਾਂ। ਡਾਕਟਰ ਕ੍ਰਿਸਚੀਅਨ ਬਰਨਰਡ created history in the field of medicine with his attempts to transplant the human heart। ਤਾਂ ਬੱਚੇ 1967 ਈਸਵੀ ਦੇ ਵਿੱਚ ਸਭ ਤੋਂ ਪਹਿਲਾ ਦੁਨੀਆ ਦਾ ਜਿਹੜਾ ਹਾਰਟ ਟ੍ਰਾਂਸਪਲਾਂਟ ਹੋਇਆ ਸੀ ਉਹ ਡਾਕਟਰ ਕ੍ਰਿਸਚੀਅਨ ਬਰਨਰਡ ਨੇ ਕੀਤਾ ਸੀ ਤੇ ਇਹ ਇੱਕ ਤਰ੍ਹਾਂ ਦਾ ਇਹਨਾਂ ਨੇ ਇਤਿਹਾਸ ਸਿਰਜਿਆ ਸੀ। ਕ੍ਰੀਏਟਿਡ ਹਿਸਟਰੀ ਮੈਡੀਸਨ ਦੇ ਫੀਲਡ ਦੇ ਵਿੱਚ, ਕਿਉਂਕਿ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਦੁਨੀਆ ਦਾ ਪਹਿਲਾ ਹਿਊਮਨ ਹਾਰਟ, ਮਨੁੱਖ ਦਾ ਦਿਲ ਟ੍ਰਾਂਸਪਲਾਂਟ ਕੀਤਾ ਗਿਆ, ਇੱਕ ਮਨੁੱਖ ਦੇ ਦਿਲ ਨੂੰ ਕੱਢ ਕੇ ਦੂਸਰੇ ਮਨੁੱਖ ਦੇ ਵਿੱਚ ਪਾਇਆ ਗਿਆ। ਇਹ ਕੰਮ 1967 ਈਸਵੀ ਦੇ ਵਿੱਚ ਡਾਕਟਰ ਕ੍ਰਿਸਚੀਅਨ ਬਰਨਰਡ ਨੇ ਕੀਤਾ ਸੀਗਾ ਜੀ। ਇੱਕ ਯੰਗ ਵੂਮਨ ਦਾ ਐਕਸੀਡੈਂਟ ਹੋ ਗਿਆ ਸੀ ਤੇ ਆਲਮੋਸਟ ਉਸ ਦੀ ਡੈਥ ਹੀ ਹੋ ਗਈ ਸੀ। ਸਿਰਫ ਉਸ ਦਾ ਬ੍ਰੇਨ ਚੱਲ ਰਿਹਾ ਸੀ ਉਸ ਸਮੇਂ ਥੋੜਾ ਤਾਂ ਉਸ ਦਾ ਹਾਰਟ ਕੱਢ ਕੇ ਇੱਕ 54 ਸਾਲਾ ਆਦਮੀ ਦੇ ਵਿੱਚ ਪਾਇਆ ਗਿਆ ਸੀ। ਤਾਂ ਇੱਕ ਤਰੀਕੇ ਦੇ ਨਾਲ ਲੜਕੀ ਦਾ ਦਿਲ ਕੱਢ ਕੇ ਆਦਮੀ ਵਿੱਚ ਇਹਨਾਂ ਨੇ ਟ੍ਰਾਂਸਪਲਾਂਟ ਕੀਤਾ ਸੀ। ਇਸ ਤੋਂ ਪਹਿਲਾਂ ਡਾਕਟਰ ਕ੍ਰਿਸਚੀਅਨ ਬਰਨਰਡ ਕਿਡਨੀ ਟ੍ਰਾਂਸਪਲਾਂਟ ਕਰ ਚੁੱਕੇ ਸੀ ਅਤੇ ਹਾਰਟ ਟ੍ਰਾਂਸਪਲਾਂਟ ਕਰਨ ਤੋਂ ਪਹਿਲਾਂ ਇਹਨਾਂ ਨੇ ਕਾਫੀ ਐਕਸਪੈਰੀਮੈਂਟੇਸ਼ਨਸ ਵੀ ਕੀਤੇ ਸੀ ਡੌਗਸ ਦੇ ਉੱਤੇ। ਤਾਂ ਬਹੁਤ ਹੀ ਵੱਡੇ ਡਾਕਟਰ ਸੀਗੇ ਜੀ। ਅੱਜ ਕੱਲ੍ਹ ਤਾਂ ਬੱਚਿਓ ਹਾਰਟ ਟ੍ਰਾਂਸਪਲਾਂਟ ਬਹੁਤ ਹੀ ਜ਼ਿਆਦਾ ਐਡਵਾਂਸ ਹੋ ਚੁੱਕਿਆ ਪਹਿਲਾਂ ਨਾਲੋਂ। The following passage has been condensed from a speech by him। ਜਿਹੜਾ ਇਹ ਚੈਪਟਰ ਹੈ ਇਹ ਐਕਚੁਅਲੀ ਡਾਕਟਰ ਕ੍ਰਿਸਚੀਅਨ ਬਰਨਰਡ ਨੇ ਇੱਕ ਸਪੀਚ ਦੇ ਵਿੱਚ ਇਹ ਵਿਚਾਰ ਦਿੱਤੇ ਸੀ। ਤਾਂ ਉਸ ਸਪੀਚ ਨੂੰ ਕੰਡੈਂਸ ਫਾਰਮ ਦੇ ਵਿੱਚ ਪੇਸ਼ ਕਰਕੇ ਉਸਦਾ ਇੱਕ ਚੈਪਟਰ ਬਣਾਇਆ ਗਿਆ ਹੈ ਜੋ ਤੁਹਾਡੇ ਸਿਲੇਬਸ ਦੇ ਵਿੱਚ ਹੈ। ਕੰਡੈਂਸ ਦਾ ਮਤਲਬ ਉਸ ਨੂੰ ਸ਼ਾਰਟ ਕੀਤਾ ਗਿਆ। ਡਾਕਟਰ ਬਰਨਰਡ ਟਾਕਸ ਅਬਾਊਟ ਦਾ ਲੈਸਨ ਹੀ ਟੁਕ ਫਰੋਮ 2 ਬ੍ਰੇਵ ਯੰਗਸਟਰਸ ਅਬਾਊਟ ਦਾ ਬਿਜ਼ਨਸ ਆਫ ਲਿਵਿੰਗ। ਹੁਣ ਕਹਿੰਦੇ ਨਾ ਕਿ ਕੋਈ ਵੀ ਇਨਸਾਨ ਸਾਨੂੰ ਕੁਛ ਨਾ ਕੁਛ ਸਿਖਾ ਸਕਦਾ ਹੈ। ਤਾਂ ਡਾਕਟਰ ਕ੍ਰਿਸਚੀਅਨ ਬਰਨਰਡ ਨੇ ਇਸ ਲੈਸਨ ਦੇ ਵਿੱਚ ਇਹ ਦੱਸਿਆ ਕਿ ਉਹਨਾਂ ਨੇ ਜ਼ਿੰਦਗੀ ਦੇ ਲੈਸਨ ਸਿੱਖੇ ਸੀ। ਟਾਕਸ ਅਬਾਊਟ ਦਾ ਲੈਸਨ, ਉਹ ਲੈਸਨ ਦੀ ਗੱਲ ਕਰ ਰਹੇ ਹਾਂ, ਪਾਠਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਕਿ ਉਹਨਾਂ ਨੇ ਸਿੱਖੇ ਸੀ 2 ਬਹਾਦਰ ਨੌਜਵਾਨਾਂ ਤੋਂ, ਜਿਸ ਦੇ ਵਿੱਚ ਉਹ ਇਹ ਸਿੱਖੇ ਸੀ ਕਿ ਬਿਜ਼ਨਸ ਆਫ ਲਿਵਿੰਗ ਹੁੰਦੀ ਕੀ ਹੈ, ਮਤਲਬ ਜ਼ਿੰਦਗੀ ਜਿਉਂਦੇ ਕਿਵੇਂ ਹੈ। Those who have a brave and positive attitude in life move forward in spite of physical suffering। ਹੁਣ ਕਹਿੰਦੇ ਉਹ ਇਨਸਾਨ ਜੋ ਕਿ ਬਰੇਵ ਹੁੰਦੇ ਨੇ, ਬਹਾਦਰ ਹੁੰਦੇ ਨੇ ਅਤੇ ਉਹਨਾਂ ਦਾ ਹਾਂ ਪੱਖੀ ਵਤੀਰਾ ਹੁੰਦਾ ਹੈ ਜ਼ਿੰਦਗੀ ਦੇ ਪ੍ਰਤੀ, ਪੋਜ਼ਿਟਿਵ ਐਟੀਟਿਊਡ ਰੱਖਦੇ ਆ ਉਹ, ਤਾਂ ਫਿਰ ਉਹ ਹਮੇਸ਼ਾ ਅੱਗੇ ਵੱਧਦੇ ਨੇ ਚਾਹੇ ਉਹਨਾਂ ਦੀਆਂ ਫਿਜ਼ੀਕਲ ਸਫਰਿੰਗਸ ਕਿੰਨੀਆਂ ਮਰਜ਼ੀ ਹੋਣ। ਇਨ ਸਪਾਈਟ ਆਫ ਬੱਚਿਓ ਫਰੇਜ਼ ਹੁੰਦਾ ਹੈ, ਇਹ ਇਕੱਠਾ ਹੀ ਆਉਂਦਾ ਹੈ। ਇਹਦਾ ਮਤਲਬ ਹੁੰਦਾ ਹੈ ਦੇ ਬਜਾਏ, ਇਸ ਦੇ ਬਜਾਏ ਫਿਜ਼ੀਕਲ ਸਫਰਿੰਗ, ਸਰੀਰਕ ਜਿੰਨੇ ਮਰਜ਼ੀ ਕਸ਼ਟ ਹੋਣ ਕਿਸੇ ਇਨਸਾਨ ਨੂੰ, ਉਹਨਾਂ ਦੇ ਬਜਾਏ ਉਹ ਫਿਰ ਵੀ ਜ਼ਿੰਦਗੀ ਦੇ ਪ੍ਰਤੀ ਇੱਕ ਹਾਂ ਪੱਖੀ ਵਤੀਰਾ ਰੱਖਦਾ ਹੈ, ਪੋਜ਼ਿਟਿਵ ਐਟੀਟਿਊਡ ਰੱਖਦਾ ਹੈ ਅਤੇ ਬਹਾਦਰ ਬਣਿਆ ਰਹਿੰਦਾ ਹੈ, ਤਾਂ ਜ਼ਿੰਦਗੀ ਨੂੰ ਉਹ ਜਿਉਂ ਜਾਂਦਾ ਹੈ ਅਸਲੀ ਮਾਇਨਿਆਂ 'ਚ। Instead of crying or complaining, such people defy all pain or agony and become an example for others। ਕਹਿੰਦੇ ਅਸੀਂ ਸਿਰਫ ਰੋਈ ਜਾਈਏ ਅਤੇ ਸ਼ਿਕਾਇਤਾਂ ਕਰੀ ਜਾਈਏ। ਇੰਸਟੈਡ ਆਫ ਵੀ ਬੱਚਿਓ ਇੱਕ ਫਰੇਜ਼ ਹੈ, ਇਹਦਾ ਮਤਲਬ ਵੀ ਦੇ ਬਜਾਏ ਹੀ ਹੁੰਦਾ ਹੈ। ਇੰਸਟੈਡ ਆਫ ਕਾਹਦੇ ਬਜਾਏ, ਰੋਣ ਦੇ ਬਜਾਏ ਅਤੇ ਸ਼ਿਕਾਇਤਾਂ ਕਰਨ ਦੇ ਬਜਾਏ। ਇਸ ਤਰ੍ਹਾਂ ਦੇ ਪੀਪਲ ਕੀ ਕਰਦੇ ਨੇ, ਆਪਣੀ ਜ਼ਿੰਦਗੀ ਦੇ ਦੁੱਖਾਂ ਨੂੰ ਤੇ ਦਰਦਾਂ ਨੂੰ ਡਿਫਾਈ ਕਰਦੇ ਨੇ। ਡਿਫਾਈ ਦਾ ਮਤਲਬ ਉਹਨਾਂ ਨੂੰ ਇਗਨੋਰ ਕਰਦੇ ਨੇ, ਉਹਨਾਂ ਨੂੰ ਨਹੀਂ ਮੰਨਦੇ ਅਤੇ ਇੱਕ ਐਗਜ਼ਾਮਪਲ ਬਣ ਜਾਂਦੇ ਨੇ ਦੂਜਿਆਂ ਦੇ ਲਈ। ਹਾਲਾਂਕਿ ਇਸ ਤਰ੍ਹਾਂ ਦੇ ਇਨਸਾਨਾਂ ਨੂੰ ਦੇਖ ਕੇ ਲੱਗਦਾ ਕਿ ਜ਼ਿੰਦਗੀ ਬੜੀ ਔਖੀ ਹੈ, ਪਰੰਤੂ ਉਹ ਇਸ ਔਖੀ ਜ਼ਿੰਦਗੀ ਨੂੰ ਵੀ ਔਖੀ ਨਹੀਂ ਸਮਝਦੇ ਅਤੇ ਦੂਜਿਆਂ ਦੇ ਲਈ ਐਗਜ਼ਾਮਪਲ ਬਣਦੇ ਨੇ। ਦੇ ਟੀਚ ਯੂ ਦਾ ਰੀਅਲ ਆਰਟ ਆਫ ਲਿਵਿੰਗ। ਉਹ ਤੁਹਾਨੂੰ ਜ਼ਿੰਦਗੀ ਜੀਣ ਦੀ ਅਸਲੀ ਕਲਾ ਸਿਖਾਉਂਦੇ ਨੇ। ਰੀਅਲ ਆਰਟ, ਕਿ ਜ਼ਿੰਦਗੀ ਜਿਉਣੀ ਕਿਵੇਂ ਹੈ। ਦਾ ਵੇ ਲਾਈਫ ਸ਼ੁੱਡ ਬੀ ਲਿਵਡ,
ਕਿ ਜ਼ਿੰਦਗੀ ਜਿਉਣੀ ਕਿਵੇਂ ਹੈ, ਜ਼ਿੰਦਗੀ ਜੀਣ ਦਾ ਅਸਲੀ ਤਰੀਕਾ ਕੀ ਹੈ। ਤਾਂ ਬੱਚਿਓ ਬਹੁਤ ਹੀ ਇੰਟਰਸਟਿੰਗ ਚੈਪਟਰ ਹੈ। ਜਦੋਂ ਤੁਸੀਂ ਇਸ ਨੂੰ ਰੀਡ ਕਰੋਗੇ, ਜਦੋਂ ਤੁਸੀਂ ਇਸ ਨੂੰ ਪੜ੍ਹੋਗੇ, ਸਮਝੋਗੇ, ਤਾਂ ਤੁਹਾਨੂੰ ਇਹ ਚੈਪਟਰ ਬਹੁਤ ਹੀ ਵਧੀਆ ਲੱਗੇਗਾ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ 'ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ 'ਤੇ ਦੀਪਕ ਸੂਦ 'ਤੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ 'ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ 'ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ 'ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ 'ਤੇ ਹੈ। ਇਸ 'ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ 'ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। ਸਟੂਡੈਂਟਸ, ਐਸੇ ਸ਼ੁਰੂ ਕਰਦੇ ਹਾਂ। ਮੋਰ ਐਂਡ ਮੋਰ ਐਜ਼ ਆਈ ਨੀਅਰ ਦੀ ਐਂਡ ਆਫ ਮਾਈ ਕਰੀਅਰ ਐਜ਼ ਅ ਹਾਰਟ ਸਰਜਨ, ਮਾਈ ਥਾਟਸ ਹੈਵ ਟਰਨ ਟੂ ਦੀ ਕੰਸੀਡਰੇਸ਼ਨ ਆਫ ਵਾਈ ਪੀਪਲ ਸ਼ੁੱਡ ਸਫਰ। ਤਾਂ ਡਾਕਟਰ ਕ੍ਰਿਸਚੀਅਨ ਬਰਨਰਡ ਸ਼ੁਰੂ 'ਚ ਕਹਿੰਦੇ ਨੇ, ਕਹਿੰਦੇ ਮੈਂ ਇੱਕ ਹਾਰਟ ਸਰਜਨ ਹਾਂ, ਕਿ ਇੱਕ ਹਾਰਟ ਸਰਜਨ ਦੇ ਤੌਰ 'ਤੇ ਜਿਵੇਂ ਜਿਵੇਂ ਮੇਰਾ ਕਰੀਅਰ ਜ਼ਿਆਦਾ ਤੋਂ ਜ਼ਿਆਦਾ ਆਪਣੇ ਐਂਡ ਵੱਲ ਆਉਂਦਾ ਜਾਂਦਾ ਹੈ, ਮਤਲਬ ਕਿ ਦੇਖੋ ਇੱਕ ਡਾਕਟਰ ਹੈ, ਕਿਸੇ ਏਜ ਤੱਕ ਹੀ ਉਹ ਪ੍ਰੈਕਟਿਸ ਕਰ ਸਕਦਾ ਹੈ, ਤਾਂ ਉਸ ਦੀ ਗੱਲ ਕਰ ਰਹੇ ਨੇ ਵੀ ਮੈਨੂੰ ਐ ਲੱਗ ਰਿਹਾ ਹੈ ਕਿ ਹਾਰਟ ਸਰਜਨ ਦੇ ਤੌਰ 'ਤੇ ਮੇਰਾ ਕਰੀਅਰ ਜਿਵੇਂ ਜਿਵੇਂ ਹੁਣ ਆਪਣੀ ਐਂਡ ਵੱਲ ਆ ਰਿਹਾ ਹੈ, ਤਾਂ ਮੇਰੇ ਵਿਚਾਰਾਂ ਦੇ ਵਿੱਚ ਇਹ ਧਿਆਨ ਆਉਂਦਾ ਹੈ ਕਿ ਲੋਕ ਕਿਉਂ ਦੁੱਖ ਝੱਲਦੇ ਨੇ। ਵਾਈ ਪੀਪਲ ਸ਼ੁੱਡ ਸਫਰ, ਕਿ ਕਿਉਂ ਝੱਲਣ ਦੁੱਖ ਲੋਕ। ਇੱਥੇ ਮੈਂ ਦੱਸਣਾ ਚਾਹਾਂਗਾ ਬੱਚਿਓ ਕਿ ਜਿਹੜੇ ਡਾਕਟਰ ਕ੍ਰਿਸਚੀਅਨ ਬਰਨਰਡ ਨੇ, ਇਹ ਦਿਲ ਦੇ ਡਾਕਟਰ ਰਹੇ ਨੇ ਜੀ ਬਹੁਤ ਵੱਡੇ, ਜਿਵੇਂ ਮੈਂ ਪਹਿਲਾਂ ਇੰਟਰੋਡਕਟਰੀ ਪੈਰਾਗ੍ਰਾਫ ਦੇ ਵਿੱਚ ਵੀ ਦੱਸਿਆ ਸੀ। ਹਾਰਟ ਸਰਜਨ ਰਹੇ ਨੇ, ਸਾਊਥ ਅਫਰੀਕਾ ਦੇ ਇਹ ਹਾਰਟ ਸਰਜਨ ਸੀ। ਫਿਰ ਉਹ ਕਹਿੰਦੇ ਨੇ ਸਫਰਿੰਗ ਸੀਮ ਸੋ ਕਰੂਲੀ ਪ੍ਰੈਵਲੈਂਟ ਇਨ ਦਾ ਵਰਲਡ ਟੂਡੇ, ਕਹਿੰਦੇ ਜਿਹੜੇ ਦੁੱਖ ਦਰਦ ਨੇ ਇਹ ਅਜੋਕੇ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਕਾਮਨ ਨੇ। ਕਰੂਲੀ ਪ੍ਰੈਵਲੈਂਟ ਦਾ ਮਤਲਬ ਹੈ ਕਿ ਬਹੁਤ ਹੀ ਜ਼ਿਆਦਾ ਤਾਦਾਦ 'ਚ ਨੇ। ਪ੍ਰੈਵਲੈਂਟ ਦਾ ਮਤਲਬ ਹੁੰਦਾ ਬੱਚਿਓ ਮੋਸਟ ਕਾਮਨ, ਜਿਹੜੀ ਚੀਜ਼ ਆਮ ਹੋ ਜਾਂਦੀ ਹੈ ਅਸੀਂ ਉਸ ਨੂੰ ਪ੍ਰੈਵਲੈਂਟ ਕਹਿੰਦੇ ਹਾਂ। ਅਤੇ ਕਰੂਲੀ ਪ੍ਰੈਵਲੈਂਟ ਦਾ ਮਤਲਬ ਤਾਂ ਬਹੁਤ ਹੀ ਜ਼ਿਆਦਾ ਤਾਦਾਦ ਦੇ ਵਿੱਚ ਦੁੱਖ ਦਰਦ ਇੰਨੇ ਜ਼ਿਆਦਾ ਹੋ ਗਏ ਲੋਕਾਂ ਨੂੰ। ਡੂ ਯੂ ਨੋ ਦੈਟ ਆਫ ਦਾ 125 ਮਿਲੀਅਨ ਚਿਲਡਰਨ ਬੋਰਨ ਦਿਸ ਈਅਰ, 12 ਮਿਲੀਅਨ ਆਰ ਅਨਲਾਈਕਲੀ ਟੂ ਰੀਚ ਦਾ ਏਜ ਆਫ 1 ਐਂਡ ਅਨਦਰ 6 ਮਿਲੀਅਨ ਵਿਲ ਡਾਈ ਬਿਫੋਰ ਦਾ ਏਜ ਆਫ 5। ਹੁਣ ਦੇਖੋ ਸਾਨੂੰ ਕੁਐਸਚਨ ਪੁੱਛਦੇ ਨੇ ਕਿ ਕੀ ਤੁਸੀਂ ਜਾਣਦੇ ਹੋ ਕਿ ਇਸ ਸਾਲ, ਦਿਸ ਈਅਰ ਦਾ ਮਤਲਬ ਇਸ ਸਾਲ 125 ਮਿਲੀਅਨ ਬੱਚਿਆਂ ਨੇ ਜਨਮ ਲਿਆ। ਤਾਂ ਮਿਲੀਅਨ ਦਾ ਮਤਲਬ ਬੱਚਿਓ ਪਤਾ ਹੁੰਦਾ ਤੁਹਾਨੂੰ 10 ਲੱਖ ਨੂੰ ਕਿਹਾ ਜਾਂਦਾ ਹੈ। ਤਾਂ ਹੁਣ ਤੁਸੀਂ 125 ਨੂੰ 10 ਲੱਖ ਨਾਲ ਗੁਣਾ ਕਰ ਦਿਓ, ਦੇਖੋ ਕਰੋੜਾਂ ਤੋਂ ਵੀ ਉੱਪਰ ਇਹ ਟੱਪ ਜਾਂਦੀ ਹੈ ਗਿਣਤੀ। ਉਹਨਾਂ ਦੇ ਵਿੱਚੋਂ 12 ਮਿਲੀਅਨ ਆਰ ਲਾਈਕਲੀ ਟੂ ਰੀਚ ਦਾ ਏਜ ਆਫ 1, 125 ਮਿਲੀਅਨ ਬੱਚੇ ਪੈਦਾ ਹੋਏ ਨੇ ਇਸ ਸਾਲ, ਉਹਨਾਂ ਦੇ ਵਿੱਚੋਂ 12 ਮਿਲੀਅਨ 1 ਸਾਲ ਦੀ ਏਜ ਤੋਂ ਹੋਣ ਤੋਂ ਪਹਿਲਾਂ ਹੀ ਉਹ ਮਰ ਜਾਣਗੇ। ਮਤਲਬ ਕਿ ਉਹ 1 ਸਾਲ ਦੀ ਏਜ ਤੱਕ ਉਹ ਜੀਵਿਤ ਨਹੀਂ ਰਹਿ ਪਾਉਣਗੇ। ਅਨਲਾਈਕਲੀ ਲਿਖਿਆ ਹੋਇਆ ਨਾ, ਤਾਂ ਇਹਦਾ ਮਤਲਬ ਇਹ ਹੈ ਕਿ ਉਹ ਜੀਵਿਤ ਨਹੀਂ ਰਹਿ ਪਾਉਣਗੇ। ਐਂਡ ਅਨਦਰ 6 ਮਿਲੀਅਨ ਵਿਲ ਡਾਈ ਬਿਫੋਰ ਦਾ ਏਜ ਆਫ 5, ਅਤੇ 5 ਸਾਲ ਦੀ ਉਮਰ ਤੋਂ ਪਹਿਲਾਂ ਪਹਿਲਾਂ ਹੋਰ 6 ਮਿਲੀਅਨ ਜਿਹੜੇ ਬੱਚੇ ਨੇ ਉਹ ਵੀ ਮਰ ਜਾਣਗੇ। ਦੇਖੋ ਇੰਨੀ ਜ਼ਿਆਦਾ ਤਾਦਾਦ ਦੇ ਵਿੱਚ ਬੱਚਿਆਂ ਦੀ ਮੌਤ ਹੋ ਰਹੀ ਹੈ। ਐਂਡ ਅਤੇ ਆਫ ਦਾ ਰੈਸਟ, ਅਤੇ ਜਿਹੜੇ ਬਾਕੀ ਬਚ ਗਏ 125 ਮਿਲੀਅਨ ਦੇ ਵਿੱਚੋਂ 12 ਮਿਲੀਅਨ ਪਹਿਲਾਂ ਮਰ ਗਏ, ਫਿਰ 6 ਮਿਲੀਅਨ ਮਰ ਗਏ, ਟੋਟਲ 18 ਮਿਲੀਅਨ 5 ਸਾਲ ਦੀ ਏਜ ਤੱਕ ਹੋਣ ਤੱਕ ਬੱਚਿਆਂ ਦੀ ਡੈਥ ਹੋ ਜਾਂਦੀ ਹੈ। ਅਤੇ ਜਿਹੜੇ ਬਾਕੀ ਬਚ ਗਏ, ਮੈਨੀ ਵਿਲ ਐਂਡ ਅਪ ਐਜ਼ ਮੈਂਟਲ ਔਰ ਫਿਜ਼ੀਕਲ ਕ੍ਰਿਪਲਸ, ਉਹਨਾਂ ਦੇ ਵਿੱਚੋਂ ਕਈ, ਮੈਨੀ ਦਾ ਮਤਲਬ ਕਈ, ਜਾਂ ਤਾਂ ਦਿਮਾਗੀ ਤੌਰ 'ਤੇ ਜਾਂ ਸਰੀਰਕ ਤੌਰ 'ਤੇ ਉਹ ਕ੍ਰਿਪਲ ਬਣ ਜਾਣਗੇ। ਐਂਡ ਅਪ ਬੱਚਿਓ ਇੱਥੇ ਫਰੇਜ਼ਲ ਵਰਬ ਹੈ, ਇੱਥੇ ਮਤਲਬ ਹੈ ਕਿਸੇ ਸਿਚੁਏਸ਼ਨ 'ਚ ਪਹੁੰਚਣਾ। ਉਹ ਕਿਸ ਸਿਚੁਏਸ਼ਨ 'ਚ ਪਹੁੰਚਣਗੇ, ਜਾਂ ਤਾਂ ਉਹ ਮੈਂਟਲੀ ਇਲ ਹੋ ਜਾਣਗੇ ਜਾਂ ਉਹ ਫਿਜ਼ੀਕਲੀ ਕ੍ਰਿਪਲ ਹੋ ਜਾਣਗੇ। ਤਾਂ ਬੱਚਿਓ ਮੈਂ ਤੁਹਾਡੀ ਹੈਲਪ ਦੇ ਲਈ ਟੈਕਸਟ ਦੇ ਨਾਲ ਨਾਲ ਗਲੋਸਰੀ ਵੀ ਲਿਖੀ ਹੈ। ਇਹ ਗਲੋਸਰੀ ਉਹੀ ਹੈ ਜੋ ਤੁਹਾਡੀ ਚੈਪਟਰ ਦੇ ਐਂਡ ਦੇ ਵਿੱਚ ਆਈ ਹੈ। ਤਾਂ ਸਟੂਡੈਂਟ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਹਰ ਚੈਪਟਰ ਦੇ ਐਂਡ ਦੇ ਵਿੱਚ ਗਲੋਸਰੀ ਆਉਂਦੀ ਹੈ, ਅਤੇ ਆਹੀ ਵਾਲੀ ਸਾਰੀ ਗਲੋਸਰੀ ਹੈ, ਇਹ ਮੈਂ ਤੁਹਾਡੇ ਟੈਕਸਟ ਦੇ ਨਾਲ ਨਾਲ ਲਿਖੀ ਹੈ। ਇਸ ਦੇ ਵਿੱਚ ਇੱਕ ਵਰਡ ਆਇਆ ਹੈ ਕ੍ਰਿਪਲ, ਆ ਦੇਖੋ 10 ਨੰਬਰ 'ਤੇ ਕ੍ਰਿਪਲ ਆਇਆ, ਅਤੇ ਕ੍ਰਿਪਲ ਦਾ ਮਤਲਬ ਹੁੰਦਾ ਬੱਚਿਓ ਅ ਪਰਸਨ ਹੂ ਇਜ਼ ਅਨੇਬਲ ਟੂ ਵਾਕ ਔਰ ਮੂਵ ਨਾਰਮਲੀ ਬਿਕੋਜ਼ ਆਫ ਅ ਡਿਸੀਜ਼ ਔਰ ਇੰਜਰੀ।
ਇੱਕ ਅਜਿਹਾ ਪਰਸਨ ਜਿਹੜਾ ਕਿ ਵਾਕ ਜਾਂ ਮੂਵ ਨਾਰਮਲੀ ਨਹੀਂ ਕਰ ਸਕਦਾ, ਉਹ ਚੰਗੀ ਤਰ੍ਹਾਂ ਚੱਲ ਨਹੀਂ ਪਾਊਗਾ ਜਾਂ ਮੂਵ ਨਹੀਂ ਕਰ ਪਾਊਗਾ, ਕਿਉਂਕਿ ਉਸ ਨੂੰ ਜਾਂ ਤਾਂ ਕੋਈ ਬਿਮਾਰੀ ਹੋ ਗਈ ਹੈ ਜਾਂ ਫਿਰ ਕੋਈ ਉਸ ਨੂੰ ਇੰਜਰੀ ਹੋ ਗਈ ਹੈ। ਮਾਈ ਗਲੂਮੀ ਥਾਟਸ ਪ੍ਰੋਬੇਬਲੀ ਸਟੈਮ ਫਰੋਮ ਐਨ ਐਕਸੀਡੈਂਟ ਆਈ ਹੈਡ ਅ ਫਿਊ ਈਅਰਸ ਅਗੋ। ਤਾਂ ਬੱਚਿਓ, ਜਿਹੜਾ ਐਸੇ ਦਾ ਪਹਿਲਾ ਪੈਰਾ ਹੈ ਉਸ ਤੋਂ ਸਾਨੂੰ ਐਂ ਲੱਗਦਾ ਹੈ ਜਿਵੇਂ ਲੇਖਕ ਬਹੁਤ ਹੀ ਜ਼ਿਆਦਾ ਨਿਰਾਸ਼ ਹੈ ਲਾਈਫ ਦੇ ਨਾਲ। ਉਹ ਇਸ ਨਿਰਾਸ਼ਾ ਦਾ ਆਨਸਰ ਇਸ ਪੈਰੇ 'ਚ ਦੇ ਰਿਹਾ ਹੈ। ਉਹ ਕਹਿੰਦਾ ਜਿਹੜੀਆਂ ਮੇਰੀਆਂ ਇਹ ਨਿਰਾਸ਼ਾਜਨਕ ਵਿਚਾਰ ਨੇ, ਗਲੂਮੀ ਦਾ ਮਤਲਬ ਬੱਚੇ ਹੁੰਦਾ ਹੈ ਨਿਰਾਸ਼ਾਜਨਕ, ਇਹ ਜਿਹੜੇ ਮੇਰੇ ਨਿਰਾਸ਼ਾਜਨਕ ਵਿਚਾਰ ਨੇ ਇਹ ਸ਼ਾਇਦ ਇੱਕ ਐਕਸੀਡੈਂਟ ਦੀ ਉਪਜ ਨੇ। ਐਕਸੀਡੈਂਟ ਮਤਲਬ ਕੋਈ ਦੁਰਘਟਨਾ ਹੋ ਗਈ ਸੀ ਲੇਖਕ ਦੇ ਨਾਲ, ਤਾਂ ਉਸ ਕਰਕੇ ਸ਼ਾਇਦ ਇਹ ਮੇਰੇ ਅੰਦਰ ਨਿਰਾਸ਼ਾਜਨਕ ਵਿਚਾਰ ਆਏ ਨੇ। ਅਤੇ ਉਹ ਐਕਸੀਡੈਂਟ ਕਦੋਂ ਹੋਇਆ? ਆਈ ਹੈਡ ਅ ਫਿਊ ਈਅਰਸ ਅਗੋ, ਜਿਹੜਾ ਕਿ ਕੁਝ ਸਾਲ ਪਹਿਲਾਂ ਹੋਇਆ ਸੀ ਮੇਰੇ ਨਾਲ। ਫਿਰ ਉਹ ਉਸ ਐਕਸੀਡੈਂਟ ਬਾਰੇ ਵੀ ਦੱਸ ਰਹੇ ਨੇ। 1 minute I was crossing the street with my wife after a lovely meal together। ਕਹਿੰਦੇ 1 ਮਿੰਟ 'ਚ ਮੈਂ ਆਪਣੀ ਪਤਨੀ ਦੇ ਨਾਲ with my wife ਇੱਕ ਵਧੀਆ ਜਿਹਾ ਖਾਣਾ ਖਾ ਕੇ, ਲਵਲੀ ਮੀਲ ਟੂਗੈਦਰ, ਅਸੀਂ ਇਕੱਠੇ ਖਾਣਾ ਖਾਧਾ। ਖਾਣਾ ਖਾ ਕੇ ਮੈਂ ਆਪਣੀ ਪਤਨੀ ਦੇ ਨਾਲ ਸਟਰੀਟ ਕ੍ਰੋਸ ਕਰ ਰਿਹਾ ਸੀ, ਗਲੀ ਕ੍ਰੋਸ ਕਰ ਰਿਹਾ ਸੀ। ਐਂਡ ਦਾ ਨੈਕਸਟ ਮਿੰਟ ਆ ਕਾਰ ਹੈਡ ਹਿਟ ਮੀ ਐਂਡ ਨੌਕਡ ਮੀ ਇਨਟੂ ਮਾਈ ਵਾਈਫ। ਅਤੇ ਦੂਜੇ ਹੀ ਮਿੰਟ, ਅਗਲੇ ਹੀ ਮਿੰਟ ਇੱਕ ਕਾਰ ਮੈਨੂੰ ਹਿੱਟ ਕਰਦੀ ਹੈ ਕ੍ਰੋਸਿੰਗ ਕਰਦੇ ਹੋਏ, ਅਤੇ ਮੈਂ ਆਪਣੀ ਵਾਈਫ 'ਚ ਜਾ ਕੇ ਵੱਜਦਾ। ਨੌਕਡ ਮੀ ਇਨਟੂ ਮਾਈ ਵਾਈਫ, ਆਪਣੀ ਵਾਈਫ ਦੇ ਵਿੱਚ ਜਾ ਕੇ ਵੱਜਦਾ ਮੈਂ। ਸ਼ੀ ਵਾਜ਼ ਥਰੋਨ ਇਨਟੂ ਦੀ ਅਦਰ ਲੇਨ। ਹੁਣ ਉਹਨਾਂ ਦੀ ਜਿਹੜੀ ਵਾਈਫ ਹੈ ਉਹ ਦੂਸਰੇ ਪਾਸੇ ਸੁੱਟ ਦਿੱਤੀ ਜਾਂਦੀ ਹੈ, ਕਿਉਂਕਿ ਵਿੱਚ ਵੱਜਿਆ ਨਾ ਜਾ ਕੇ, ਤਾਂ ਉਹ ਦੂਜੇ ਪਾਸੇ ਚਲੀ ਜਾਂਦੀ ਹੈ, ਲੇਨ ਦੇ, ਰੋਡ ਦੇ ਦੂਸਰੇ ਪਾਸੇ ਚਲੀ ਜਾਂਦੀ ਹੈ। ਐਂਡ ਸਟਰਕ ਬਾਈ ਅ ਕਾਰ ਕਮਿੰਗ ਫਰੋਮ ਦਾ ਓਪੋਜ਼ਿਟ ਡਾਇਰੈਕਸ਼ਨ। ਅਤੇ ਉਸ ਨੂੰ ਇੱਕ ਹੋਰ ਕਾਰ ਵੱਜਦੀ ਹੈ ਜਿਹੜੀ ਕਿ ਉਸ ਤੋਂ ਉਲਟ ਦਿਸ਼ਾ ਵੱਲ ਆ ਰਹੀ ਹੁੰਦੀ ਹੈ, ਓਪੋਜ਼ਿਟ ਡਾਇਰੈਕਸ਼ਨ। ਡਿਊਰਿੰਗ ਦਾ ਨੈਕਸਟ ਫਿਊ ਡੇਜ਼ ਇਨ ਦੀ ਹਸਪੀਟਲ ਆਈ ਐਕਸਪੀਰੀਅੰਸ ਨੋਟ ਓਨਲੀ ਐਗਨੀ ਐਂਡ ਫੀਅਰ ਬਟ ਆਲਸੋ ਐਂਗਰ। ਹੁਣ ਐਕਸੀਡੈਂਟ ਹੋ ਗਿਆ, ਇਹ ਹਸਪੀਟਲ 'ਚ ਐਡਮਿਟ ਹੋ ਗਏ, ਤਾਂ ਅਗਲੇ ਕੁਝ ਦਿਨਾਂ ਦੌਰਾਨ, ਨੈਕਸਟ ਫਿਊ ਡੇਜ਼, ਡਿਊਰਿੰਗ ਦਾ ਨੈਕਸਟ ਫਿਊ ਡੇਜ਼ ਹਸਪੀਟਲ ਦੇ ਵਿੱਚ ਮੈਂ ਅਨੁਭਵ ਕੀਤਾ, ਨਾ ਤਾਂ ਕੇਵਲ ਮੈਂ ਐਗਨੀ ਅਤੇ ਫੀਅਰ ਨੂੰ ਅਨੁਭਵ ਕੀਤਾ। ਐਗਨੀ ਦਾ ਮਤਲਬ ਬੱਚੇ ਹੁੰਦਾ ਹੈ ਦੁੱਖ, ਪੀੜ। ਇੱਕ ਤਾਂ ਬੱਚੇ ਹੁੰਦੀ ਹੈ ਪੇਨ, ਇੱਕ ਹੁੰਦੀ ਹੈ ਐਗਨੀ। ਐਗਨੀ ਜਿਹੜਾ ਸਟਰੋਂਗ ਵਰਡ ਹੈ। ਪੇਨ ਬਰਦਾਸ਼ਤ ਹੋ ਜਾਂਦੀ ਹੈ ਇਨਸਾਨ ਤੋਂ, ਲੇਕਿਨ ਐਗਨੀ ਨਹੀਂ ਬਰਦਾਸ਼ਤ ਹੁੰਦੀ। ਤਾਂ ਇਹ ਜਿਹੜੀ ਪੀੜ ਮੈਂ ਮਹਿਸੂਸ ਕੀਤੀ ਅਤੇ ਡਰ ਜਿਹੜਾ ਮਹਿਸੂਸ ਕੀਤਾ, ਇਸ ਦੇ ਨਾਲ ਨਾਲ ਮੈਂ ਐਂਗਰ ਵੀ ਮਹਿਸੂਸ ਕੀਤਾ, ਮੈਨੂੰ ਗੁੱਸਾ ਆਇਆ। I could not understand why my wife and I had to suffer। ਮੈਂ ਇਹ ਨਹੀਂ ਸਮਝ ਪਾਇਆ, I could not understand, ਮੈਂ ਇਹ ਨਹੀਂ ਸਮਝ ਪਾਇਆ ਕਿ ਮੇਰੀ ਪਤਨੀ ਅਤੇ ਮੈਨੂੰ ਇੰਨਾ ਦੁੱਖ ਕਿਉਂ ਝੇਲਣਾ ਪੈ ਰਿਹਾ ਹੈ। I had 11 broken ribs and a perforated lung। ਮੇਰੀਆਂ 11 ਪਸਲੀਆਂ ਟੁੱਟ ਚੁੱਕੀਆਂ ਸੀ, ਸਰੀਰ ਦੀਆਂ 11 ਪਸਲੀਆਂ। ਰਿਬਸ ਦਾ ਮਤਲਬ ਹੁੰਦਾ ਬੱਚਿਓ ਪਸਲੀਆਂ। ਐਂਡ ਆ ਪਰਫੋਰੇਟਿਡ ਲੰਗ, ਅਤੇ ਮੇਰੇ ਫੇਫੜੇ ਦੇ ਵਿੱਚ ਛੇਕ ਹੋ ਗਏ ਸੀ। ਪਰਫੋਰੇਟਿਡ ਦਾ ਮਤਲਬ ਬੱਚਿਓ ਤੁਹਾਡੀ ਗਲੋਸਰੀ 'ਚ ਲਿਖਿਆ ਹੋਇਆ ਹੈ ਟੂ ਮੇਕ ਹੋਲਸ ਥਰੂ ਸਮਥਿੰਗ। ਕਿਸੇ ਚੀਜ਼ ਦੇ ਵਿੱਚ ਜਦੋਂ ਹੋਲਸ ਹੋ ਜਾਣ, ਛੇਕ ਹੋ ਜਾਣ, ਤਾਂ ਉਸ ਨੂੰ ਕਹਿੰਦੇ ਆ। ਤਾਂ ਇਸ ਦੇ ਲੰਗ ਦੇ ਵਿੱਚ ਉਸ ਐਕਸੀਡੈਂਟ ਦੇ ਨਾਲ ਫੇਫੜਿਆਂ ਦੇ ਵਿੱਚ ਛੇਕ ਹੋ ਗਏ ਸੀ। ਮਾਈ ਵਾਈਫ ਹੈਡ ਆ ਬੈਡਲੀ ਫ੍ਰੈਕਚਰਡ ਸ਼ੋਲਡਰ। ਮੇਰੇ ਪਤਨੀ ਦਾ ਬੁਰੀ ਤਰ੍ਹਾਂ ਮੋਢਾ ਫ੍ਰੈਕਚਰ ਹੋ ਗਿਆ ਸੀ, ਉਸ ਦੀ ਹੱਡੀ ਟੁੱਟ ਗਈ ਸੀ, ਬੁਰੀ ਤਰ੍ਹਾਂ ਟੁੱਟ ਗਈ ਸੀ। ਓਵਰ ਐਂਡ ਓਵਰ ਆਈ ਆਸਕਡ ਮਾਈ ਸੈਲਫ। ਕਹਿੰਦੇ ਬਾਰ-ਬਾਰ, ਓਵਰ ਐਂਡ ਓਵਰ ਫਰੇਜ਼ ਹੁੰਦਾ ਜੀ, ਇਹਦਾ ਮਤਲਬ ਹੁੰਦਾ ਬਾਰ-ਬਾਰ ਮੈਂ ਆਪਣੇ ਆਪ ਨੂੰ ਇਹੀ ਪੁੱਛਦਾ ਰਿਹਾ, ਵਾਈ ਸ਼ੁੱਡ ਦਿਸ ਹੈਪਨ ਟੂ ਅਸ। ਸਾਡੇ ਨਾਲ ਇਹ ਕਿਉਂ ਹੋਇਆ? ਦੇਖੋ, ਇਹ ਜਿਹੜੇ ਕੁਐਸਚਨ ਹੈ ਉਹ ਬਾਰ-ਬਾਰ ਆਪਣੇ ਆਪ ਨੂੰ ਪੁੱਛ ਰਿਹਾ ਬੱਚੇ, ਉਹ ਇਹ ਇਟੈਲਿਕਸ ਦੇ ਵਿੱਚ ਲਿਖਿਆ ਹੋਇਆ ਹੈ, ਵਾਈ ਸ਼ੁੱਡ ਦਿਸ ਹੈਪਨ ਟੂ ਅਸ। ਇਸ ਲਾਈਨ ਦੇ ਉੱਪਰ ਲੇਖਕ ਸਾਡਾ ਧਿਆਨ ਦਿਵਾਉਣਾ ਚਾਹੁੰਦਾ ਹੈ। ਆਈ ਹੈਡ ਵਰਕ ਟੂ ਡੂ। ਕਹਿੰਦਾ ਮੈਨੂੰ ਤਾਂ ਬਹੁਤ ਸਾਰਾ ਕੰਮ ਹੈ ਕਰਨ ਲਈ। ਆਫਟਰ ਆਲ ਦੇਅਰ ਵਰ ਪੇਸ਼ੈਂਟਸ ਵੇਟਿੰਗ ਫॉर ਮੀ ਟੂ ਆਪਰੇਟ ਔਨ ਦੈਮ। ਕਿਉਂਕਿ ਮੈਂ ਪੇਸ਼ੇ ਵਜੋਂ ਡਾਕਟਰ ਹਾਂ ਅਤੇ ਮੇਰੇ ਮਰੀਜ਼ ਨੇ ਜੋ ਮੇਰਾ ਇੰਤਜ਼ਾਰ ਕਰ ਰਹੇ ਨੇ ਕਿ ਮੈਂ ਉਹਨਾਂ ਦਾ ਇਲਾਜ ਕਰਾਂ। ਆਪਰੇਟ ਔਨ ਦੈਮ, ਆਪਰੇਟ ਔਨ ਦੈਮ ਮਤਲਬ ਮੈਂ ਉਹਨਾਂ ਦਾ ਇਲਾਜ ਕਰਾਂ। ਮਾਈ ਵਾਈਫ ਹੈਡ ਅ ਯੰਗ ਬੇਬੀ ਹੂ ਨੀਡਿਡ ਹਰ ਕੇਅਰ। ਮੇਰੀ ਪਤਨੀ ਦੀ ਇੱਕ ਬਹੁਤ ਹੀ ਛੋਟੀ ਜਿਹੀ ਬੱਚੀ ਹੈ ਜਿਸ ਨੂੰ ਕਿ ਉਸ ਦੀ ਦੇਖਭਾਲ ਦੀ ਜ਼ਰੂਰਤ ਹੈ। ਉਸ ਬੱਚੀ ਨੂੰ ਆਪਣੀ ਮਾਂ ਦੀ ਜ਼ਰੂਰਤ ਹੈ, ਅਤੇ ਉਸ ਦੀ ਮਾਂ ਹੁਣ ਹਸਪੀਟਲ 'ਚ ਪਈ ਹੈ, ਉਹਦਾ ਮੋਢਾ ਫ੍ਰੈਕਚਰਡ ਹੈ, ਅਤੇ ਮੈਂ ਆਪਣੇ ਮਰੀਜ਼ਾਂ ਕੋਲ ਨਹੀਂ ਜਾ ਪਾ ਰਿਹਾ ਬਿਕੋਜ਼ ਮੇਰੀਆਂ ਪਸਲੀਆਂ ਟੁੱਟ ਚੁੱਕੀਆਂ ਨੇ ਅਤੇ ਮੇਰੇ ਫੇਫੜੇ 'ਚ ਵੀ ਪ੍ਰੋਬਲਮ ਆਈ ਹੈ। ਤਾਂ ਬੱਚੋ, ਜਿਹੜੀ ਆ ਲਾਈਨ ਹੈ ਕਿ ਵਾਈ ਸ਼ੁੱਡ ਦਿਸ ਹੈਪਨ ਟੂ ਅਸ, ਇਹ ਹਰ ਇੱਕ ਇਨਸਾਨ ਇੱਦਾਂ ਦਾ ਫੀਲ ਕਰਦਾ ਜਦੋਂ ਉਸ ਦੇ ਨਾਲ ਇੱਦਾਂ ਦੀ ਟ੍ਰੈਜਡੀ ਹੁੰਦੀ ਹੈ ਕਿ ਮੇਰੇ ਨਾਲ ਹੀ ਕਿਉਂ ਹੋਇਆ, ਮੈਂ ਇਹੋ ਜਿਹਾ ਕੀ ਕੀਤਾ ਸੀ ਕਿ ਮੇਰੇ ਨਾਲ ਐਡਾ ਮਾੜਾ ਹੋ ਗਿਆ। ਤਾਂ ਜਦੋਂ ਵੀ ਇੱਦਾਂ ਦੀ ਕੋਈ ਬੱਚਿਓ ਟ੍ਰੈਜਡੀ ਹੁੰਦੀ ਹੈ ਤਾਂ ਇਹ ਕੁਐਸਚਨਸ ਹਰ ਇੱਕ ਬੰਦੇ ਦੇ ਦਿਮਾਗ 'ਚ ਆਉਂਦੇ ਨੇ, ਅਤੇ ਇਹ ਕੁਐਸਚਨਸ ਡਾਕਟਰ ਕ੍ਰਿਸਚੀਅਨ ਬਰਨਟ ਦੇ ਦਿਮਾਗ ਵਿੱਚ ਵੀ ਆਏ। ਮਾਈ ਫਾਦਰ ਹੈਡ ਹੀ ਸਟਿਲ ਬੀਨ ਅਲਾਈਵ ਵੁੱਡ ਹੈਵ ਸੈਡ। ਕਹਿੰਦੇ ਮੇਰੇ ਪਿਤਾ ਜੀ ਜੇਕਰ ਉਹ ਅੱਜ ਜਿੰਦਾ ਹੁੰਦੇ, ਮਤਲਬ ਉਸ ਸਮੇਂ ਜਦੋਂ ਡਾਕਟਰ ਕ੍ਰਿਸਚੀਅਨ ਬਰਨਟ ਦਾ ਐਕਸੀਡੈਂਟ ਹੋਇਆ ਅਤੇ ਉਹ
ਹਸਪੀਟਲ 'ਚ ਐਡਮਿਟ ਸੀ। ਜੇਕਰ ਉਸ ਸਮੇਂ ਉਹਨਾਂ ਦੇ ਪਿਤਾ ਜੀ ਜ਼ਿੰਦਾ ਹੁੰਦੇ, ਵੁੱਡ ਹੈਵ ਸੈਡ, ਤਾਂ ਉਹ ਜ਼ਰੂਰ ਕਹਿੰਦੇ, ਮਾਈ ਸਨ, ਮੇਰੇ ਪੁੱਤਰ, ਇਟਸ ਗੋਡਸ ਵਿਲ, ਇਹ ਤਾਂ ਰੱਬ ਦੀ ਮਰਜ਼ੀ ਹੈ। ਜਿਵੇਂ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਰੱਬ ਦਾ ਭਾਣਾ ਹੈ, ਤਾਂ ਹੈ ਨਾ, ਦੈਟਸ ਦਾ ਵੇ ਗੋਡ ਟੈਸਟ ਯੂ। ਕਹਿੰਦੇ ਇਹ ਤਾਂ ਇੱਕ ਜ਼ਰੀਆ ਹੈ ਪਰਮਾਤਮਾ ਦਾ ਪ੍ਰੀਖਿਆ ਲੈਣ ਦਾ, ਵੀ ਤੇਰੀ ਪ੍ਰੀਖਿਆ ਲਈ ਹੈ ਪਰਮਾਤਮਾ ਨੇ। ਸਫਰਿੰਗ ਇਨੋਬਲਸ ਯੂ, ਜਦੋਂ ਦੁੱਖ ਦਰਦ ਆਉਂਦੇ ਨੇ ਇਹ ਤੈਨੂੰ ਨੇਕ ਬਣਾਉਂਦੇ ਨੇ। ਇਨੋਬਲਸ, ਇਨੋਬਲਸ ਦਾ ਮਤਲਬ ਤੁਹਾਡੀ ਬੱਚਿਓ ਗਲੋਸਰੀ 'ਚ ਲਿਖਿਆ ਹੋਇਆ ਹੈ, ਟੂ ਮੇਕ ਸਮਬਡੀ ਨੋਬਲ, ਕਿਸੇ ਪਰਸਨ ਨੂੰ ਨੋਬਲ ਬਣਾਉਣਾ, ਉਸ ਨੂੰ ਨੇਕ ਬਣਾਉਣਾ। ਬੱਚਿਓ ਯਾਦ ਕਰੋ, ਨੋਬਲ ਦਾ ਮਤਲਬ ਨੇਕ ਹੁੰਦਾ ਹੈ, ਇਟਸ ਐਨ ਐਡਜੈਕਟਿਵ, ਹੈ ਨਾ। ਨੋਬਲ ਦਾ ਮਤਲਬ ਹੁੰਦਾ ਜੀ ਨੇਕ, ਇਹ ਇੱਕ ਵਿਸ਼ੇਸ਼ਣ ਹੁੰਦਾ ਹੈ। ਲੇਕਿਨ ਆਪਾਂ ਜੇਕਰ ਇਸ ਦੇ ਅੱਗੇ EN ਪ੍ਰੀਫਿਕਸ ਲਗਾ ਦਈਏ ਤਾਂ ਇਹ ਵਰਬ ਬਣ ਜਾਂਦੀ ਹੈ ਐਨੋਬਲ, ਜੋ ਇੱਥੇ ਲਿਖੀ ਹੋਈ ਹੈ। ਐਨੋਬਲ ਦਾ ਮਤਲਬ ਹੈ ਨੇਕ ਬਣਨਾ। ਤਾਂ ਇਹ ਜਿਹੜੇ ਦੁੱਖ ਦਰਦ ਨੇ ਤੈਨੂੰ ਨੇਕ ਬਣਾਉਂਦੇ ਨੇ, ਮੇਕਸ ਯੂ ਅ ਬੈਟਰ ਪਰਸਨ, ਇਹ ਇੱਕ ਤੈਨੂੰ ਚੰਗਾ ਇਨਸਾਨ ਬਣਾਉਣਗੇ। ਬਟ ਐਜ਼ ਅ ਡਾਕਟਰ ਆਈ ਸੀ ਨਥਿੰਗ ਨੋਬਲ ਇਨ ਅ ਪੇਸ਼ੈਂਟਸ ਥ੍ਰੈਸ਼ਿੰਗ ਅਰਾਊਂਡ ਇਨ ਅ ਸਵੈਟ ਸੌਕਡ ਬੈੱਡ। ਕਹਿੰਦੇ ਇੱਕ ਡਾਕਟਰ ਵਜੋਂ, ਕਹਿੰਦੇ ਮੈਂ ਤਾਂ ਇੱਕ ਡਾਕਟਰ ਸੀ, ਕਹਿੰਦੇ ਮੈਨੂੰ ਤਾਂ ਕੋਈ ਐਸੀ ਨੇਕਨਾਮੀ ਵਾਲੀ ਗੱਲ ਨਜ਼ਰ ਨਹੀਂ ਸੀ ਆਉਂਦੀ। ਆਈ ਸੀ ਨਥਿੰਗ ਨੋਬਲ, ਕੋਈ ਇਹੋ ਜਿਹੀ ਨੇਕਨਾਮੀ ਵਾਲੀ ਗੱਲ ਮੈਨੂੰ ਨਜ਼ਰ ਨਹੀਂ ਸੀ ਆਉਂਦੀ ਕਿ ਇੱਕ ਪੇਸ਼ੈਂਟ ਹੈ, ਉਹ ਪਸੀਨੇ ਨਾਲ ਭਰੇ ਹੋਏ ਬੈੱਡ ਦੇ ਵਿੱਚ ਥ੍ਰੈਸ਼ ਅਰਾਊਂਡ ਕਰ ਰਿਹਾ ਹੈ। ਨਾ, ਥ੍ਰੈਸ਼ ਅਰਾਊਂਡ ਦਾ ਮਤਲਬ ਹੁੰਦਾ ਬੱਚਿਓ ਪਾਸੇ ਮਾਰਨਾ। ਹੁਣ ਸਪੋਜ਼ ਕਰੋ ਬੱਚਿਓ ਕਿਸੇ ਪਰਸਨ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਉਹ ਪਾਸੇ ਹੀ ਮਾਰੂਗਾ, ਤਾਂ ਉਸ ਨੂੰ ਆਪਾਂ ਥ੍ਰੈਸ਼ ਅਰਾਊਂਡ ਕਹਿੰਦੇ ਹਾਂ। ਕਹਿੰਦੇ ਮੈਂ ਇੱਕ ਪਸੀਨੇ ਨਾਲ ਭਰੇ ਹੋਏ ਬੈੱਡ ਦੇ ਉੱਪਰ ਪਿਆ ਤੇ ਪਾਸੇ ਮਾਰ ਰਿਹਾ, ਮੈਨੂੰ ਤਾਂ ਇਸ 'ਚ ਕੋਈ ਨੇਕਨਾਮੀ ਨਜ਼ਰ ਨਹੀਂ ਆਉਂਦੀ। ਮਾਈਂਡ ਕਲਾਉਡਿਡ ਇਨ ਐਗਨੀ, ਅਤੇ ਮੇਰਾ ਜਿਹੜਾ ਮਨ ਹੈ ਉਹ ਪੂਰੇ ਪੀੜਾ ਨਾਲ ਭਰਿਆ ਹੋਇਆ ਹੈ, ਉਸ ਦੇ ਵਿੱਚ ਦਰਦ ਹੀ ਦਰਦ ਹੈ। ਨੋਰ ਕੈਨ ਆਈ ਸੀ ਐਨੀ ਨੋਬਿਲਿਟੀ ਇਨ ਦਾ ਕ੍ਰਾਈੰਗ ਆਫ ਅ ਲੋਨਲੀ ਚਾਈਲਡ ਇਨ ਅ ਵਾਰਡ ਐਟ ਨਾਈਟ, ਅਤੇ ਨਾ ਹੀ ਮੈਨੂੰ ਰਾਤ ਨੂੰ ਉਸ ਵਾਰਡ ਦੇ ਵਿੱਚ ਕਿਸੇ ਇਕੱਲੇ ਬੱਚੇ ਦੀ ਰੋਂਦੀ ਹੋਈ ਆਵਾਜ਼ ਦੇ ਵਿੱਚ ਕੋਈ ਨੇਕਨਾਮੀ ਨਜ਼ਰ ਆਉਂਦੀ ਹੈ। ਇੱਥੇ ਬੱਚਿਓ ਇੱਕ ਵਰਡ ਥ੍ਰੈਸ਼ ਆਇਆ ਹੈ। ਥ੍ਰੈਸ਼ ਵਰਡ ਤੁਹਾਡੀ ਡਿਕਸ਼ਨਰੀ 'ਚ ਵੀ ਲਿਖਿਆ ਹੋਇਆ ਹੈ, ਐਨ ਐਕਟ ਆਫ ਹਿਟਿੰਗ ਸਮਬਡੀ ਹਾਰਡ ਸਪੈਸ਼ਲੀ ਵਿਦ ਅ ਸਟਿਕ, ਕਿ ਕਿਸੇ ਸੋਟੀ ਦੇ ਨਾਲ ਕਿਸੇ ਨੂੰ ਮਾਰਨ ਨੂੰ ਥ੍ਰੈਸ਼ ਕਹਿੰਦੇ। ਲੇਕਿਨ ਇੱਥੇ ਇਸ ਦਾ ਮਤਲਬ ਇਹ ਵਾਲਾ ਨਹੀਂ ਹੈ ਜੋ ਲਿਖਿਆ ਹੈ। ਮੇਰੇ ਹਿਸਾਬ ਨਾਲ ਇੱਥੇ ਮਤਲਬ ਹੈ ਥ੍ਰੈਸ਼ ਅਰਾਊਂਡ ਇੱਕ ਫਰੇਜ਼ਲ ਵਰਬ ਹੈ, ਤੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਥ੍ਰੈਸ਼ ਅਰਾਊਂਡ ਦਾ ਮਤਲਬ ਹੁੰਦਾ ਹੈ ਪਾਸੇ ਮਾਰਨਾ, ਨੀਂਦ ਦੇ ਵਿੱਚ ਪਾਸੇ ਮਾਰਨਾ, ਜਦੋਂ ਬੰਦੇ ਨੂੰ ਨੀਂਦ ਨਹੀਂ ਆਉਂਦੀ, ਤਾਂ ਇੱਥੇ ਮਤਲਬ ਇਸ ਦਾ ਇਹ ਹੈ। ਤਾਂ ਬੱਚਿਓ ਇਹ ਜਿਹੜਾ ਪੈਰਾ ਹੈ, ਇਸ ਨੂੰ ਦੇਖ ਕੇ ਤਾਂ ਐਂ ਲੱਗਦਾ ਹੈ ਕਿ ਜਿਹੜਾ ਰਾਈਟਰ ਹੈ ਬਹੁਤ ਹੀ ਜ਼ਿਆਦਾ ਡਿਪਰੈਸ ਹੋ ਗਿਆ ਆਪਣੀ ਲਾਈਫ ਤੋਂ, ਬਹੁਤ ਹੀ ਜ਼ਿਆਦਾ ਨਿਰਾਸ਼ਾ ਆ ਗਈ ਹੈ ਉਸ ਦੇ ਮਨ ਦੇ ਵਿੱਚ। ਉਸ ਨੂੰ ਕਿਸੇ ਕੰਮ ਦੇ ਵਿੱਚ ਕੋਈ ਚੰਗਿਆਈ ਨਜ਼ਰ ਨਹੀਂ ਆ ਰਹੀ। ਉਸ ਨੂੰ ਆਪਣੇ ਪਿਤਾ ਦੀਆਂ ਗੱਲਾਂ ਵੀ ਜਿਹੜੀਆਂ ਯਾਦ ਆਉਂਦੀਆਂ ਨੇ, ਉਹ ਉਹਨਾਂ ਗੱਲਾਂ ਤੋਂ ਉਲਟ ਸੋਚ ਰਿਹਾ। ਉਹ ਇੱਥੋਂ ਪਤਾ ਲੱਗਦਾ ਹੈ ਕਿ ਇਸ ਸਮੇਂ ਜੋ ਰਾਈਟਰ ਦੀ ਮਨ ਦੀ ਅਵਸਥਾ ਹੈ ਉਹ ਬਹੁਤ ਹੀ ਜ਼ਿਆਦਾ ਡਿਪਰੈਸ਼ਨ ਵਾਲੀ ਹੈ, ਉਹ ਡਿਪਰੈਸ ਹੋ ਚੁੱਕੇ ਆਪਣੀ ਲਾਈਫ ਤੋਂ। I had my first introduction to the suffering of children when I was a little boy. ਕਹਿੰਦੇ ਜਦੋਂ ਮੈਂ ਇੱਕ ਛੋਟਾ ਜਿਹਾ ਲੜਕਾ ਸੀ, ਉਸ ਸਮੇਂ ਬੱਚਿਆਂ ਦੇ ਦੁੱਖ ਦਰਦਾਂ ਨਾਲ ਮੇਰਾ ਪਹਿਲੀ ਵਾਰੀ ਵਾਸਤਾ ਪਿਆ। ਮੈਨੂੰ ਪਤਾ ਲੱਗਿਆ ਕਿ ਬੱਚਿਆਂ ਦੇ ਦੁੱਖ ਦਰਦ ਕੀ ਹੁੰਦੇ ਨੇ। ਇਹ ਅਹਿਸਾਸ ਮੈਨੂੰ ਛੋਟੇ ਹੁੰਦੇ ਹੀ ਹੋ ਗਿਆ ਸੀ। One day my father showed me a half-eaten moldy biscuit with 2 tiny tooth marks in it. ਇੱਕ ਦਿਨ ਮੇਰੇ ਪਿਤਾ ਜੀ ਨੇ ਮੈਨੂੰ ਦਿਖਾਇਆ ਇੱਕ ਅੱਧਾ ਖਾਧਾ ਹੋਇਆ ਤੇ ਉੱਲੀ ਲੱਗਿਆ ਹੋਇਆ ਬਿਸਕੁਟ। ਤਾਂ ਮੋਲਡੀ ਦਾ ਮਤਲਬ ਬੱਚੇ ਉਹ ਹੁੰਦਾ ਹੈ ਫੰਗਸ ਲੱਗਿਆ, ਉੱਲੀ ਲੱਗਿਆ ਬਿਸਕੁਟ, ਅਤੇ ਉਸ ਬਿਸਕੁਟ ਦੇ ਉੱਪਰ 2 ਛੋਟੇ ਛੋਟੇ ਦੰਦਾਂ ਦੇ ਨਿਸ਼ਾਨ ਸੀ, ਟਾਈਨੀ ਟੂਥ ਮਾਰਕ ਸੀਗੇ ਉਸ 'ਤੇ ਲੱਗੇ ਹੋਏ ਬਿਸਕੁਟ ਦੇ ਉੱਪਰ। ਐਂਡ ਹੀ ਟੋਲਡ ਮੀ ਅਬਾਊਟ ਮਾਈ ਬ੍ਰਦਰ, ਅਤੇ ਉਹਨਾਂ ਨੇ ਮੈਨੂੰ ਮੇਰੇ ਬ੍ਰਦਰ ਬਾਰੇ ਦੱਸਿਆ, ਹੂ ਹੈਡ ਡਾਈਡ ਸੈਵਰਲ ਈਅਰਸ ਅਰਲੀਅਰ, ਜਿਹੜਾ ਕਿ ਕਈ ਸਾਲ ਪਹਿਲਾਂ ਮਰ ਚੁੱਕਿਆ ਸੀ। ਯਾਨੀ ਕਿ ਡਾਕਟਰ ਕ੍ਰਿਸਚੀਅਨ ਬਰਨਰਡ ਦੇ ਵੱਡੇ ਬ੍ਰਦਰ ਦੀ ਡੈਥ ਕਾਫੀ ਸਾਲ ਪਹਿਲਾਂ ਹੋ ਗਈ ਸੀ। He told me about the suffering of this child who had been born with an abnormal heart. ਤਾਂ ਹੀ ਦਾ ਮਤਲਬ ਇੱਥੇ ਪਿਤਾ ਜੀ ਤੋਂ ਹੈ। ਤਾਂ ਉਹਨਾਂ ਨੇ ਮੈਨੂੰ ਉਸ ਬੱਚੇ ਦੇ ਦੁੱਖ ਦਰਦਾਂ ਨੂੰ ਦੱਸਿਆ, ਸਫਰਿੰਗ ਤਕਲੀਫਾਂ ਨੂੰ ਦੱਸਿਆ, ਜੋ ਕਿ ਐਬਨੋਰਮਲ ਹਾਰਟ ਦੇ ਨਾਲ ਪੈਦਾ ਹੋਇਆ ਸੀ। ਐਬਨੋਰਮਲ ਦਾ ਮਤਲਬ ਬੱਚੇ ਹੁੰਦਾ ਹੈ ਅਸਧਾਰਨ, ਜਿਹੜਾ ਕਿ ਨੋਰਮਲ ਨਾ ਹੋਵੇ, ਨੋਰਮਲ ਦਿਲ ਨਾ ਹੋਵੇ, ਦਿਲ ਜਿਵੇਂ ਆਮ ਕੰਮ ਕਰਦਾ ਉਸ ਤਰ੍ਹਾਂ ਉਹ ਕੰਮ ਨਾ ਕਰੇ। ਐਬਨੋਰਮਲ ਹਾਰਟ ਦੇ ਨਾਲ ਡਾਕਟਰ ਕ੍ਰਿਸਚੀਅਨ ਬਰਨਰਡ ਦੇ ਵੱਡੇ ਬ੍ਰਦਰ ਪੈਦਾ ਹੋਏ ਸੀ। ਇਫ ਹੀ ਹੈਡ ਬੀਨ ਬੋਰਨ ਟੂਡੇ ਪ੍ਰੋਬੇਬਲੀ ਸਮਵਨ ਕੁਡ ਹੈਵ ਕਰੈਕਟਿਡ ਦੈਟ ਹਾਰਟ ਪ੍ਰੋਬਲਮ। ਕਹਿੰਦੇ ਜੇਕਰ ਉਹ ਅੱਜ ਪੈਦਾ ਹੋਇਆ ਹੁੰਦਾ, ਹੀ ਦਾ ਮਤਲਬ ਇੱਥੇ ਉਹਨਾਂ ਦੇ ਬ੍ਰਦਰ ਤੋਂ ਹੈ। ਜੇਕਰ ਉਹ ਅੱਜ ਉਹਨਾਂ ਨੇ ਜਨਮ ਲਿਆ ਹੁੰਦਾ ਤਾਂ ਪ੍ਰੋਬੇਬਲੀ ਦਾ ਮਤਲਬ ਸ਼ਾਇਦ ਕਿਸੇ ਨੇ ਇਸ ਦਿਲ ਦੀ ਪ੍ਰੋਬਲਮ ਠੀਕ ਕਰ ਦਿੱਤੀ ਹੁੰਦੀ। could have corrected that heart problem. But in those days they didn't have sophisticated heart surgery. ਪਰ ਉਹਨਾਂ ਦਿਨਾਂ ਦੇ ਵਿੱਚ ਮਤਲਬ ਕਿ ਜਿਨ੍ਹਾਂ ਦਿਨਾਂ ਦੇ ਵਿੱਚ ਐਕਚੁਅਲ ਉਹਨਾਂ ਦੇ
ਵੱਡੇ ਬ੍ਰਦਰ ਦਾ ਜਨਮ ਹੋਇਆ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਉਸ ਸਮੇਂ ਸਫਿਸਟੀਕੇਟਿਡ ਹਾਰਟ ਸਰਜਰੀ ਨਹੀਂ ਸੀ। ਨਾ ਉਹ ਸਫਿਸਟੀਕੇਟਿਡ ਦਾ ਮਤਲਬ ਹੁੰਦਾ ਬੱਚਿਓ ਮਾਡਰਨ, ਕਿ ਜਿਹੜੀ ਆਧੁਨਿਕ ਹਾਰਟ ਸਰਜਰੀ ਜੋ ਹੁਣ ਅਵੇਲੇਬਲ ਸੀ ਉਸ ਸਮੇਂ ਨਹੀਂ ਸੀ, ਇਸ ਕਰਕੇ ਉਹਨਾਂ ਦੇ ਵੱਡੇ ਬ੍ਰਦਰ ਦੇ ਦਿਲ ਦਾ ਇਲਾਜ ਨਾ ਹੋ ਸਕਿਆ। ਤਾਂ ਬੱਚਿਓ ਇੱਥੇ ਜੇ ਤੁਸੀਂ ਦੇਖੋ ਇਹ ਕਾਫੀ ਵੱਡਾ ਸਾਰਾ ਵਾਕ ਆਇਆ ਹੈ, ਇਫ ਦੇ ਨਾਲ ਸਟਾਰਟ ਹੋ ਰਿਹਾ ਹੈ ਤੇ ਇਫ ਹੀ ਹੈਡ ਬੀਨ ਬੋਰਨ ਟੂਡੇ, ਇਹ ਇੱਕ ਤਰ੍ਹਾਂ ਨਾਲ ਕੰਡੀਸ਼ਨ ਲਗਾਈ ਗਈ ਹੈ ਕਿ ਜੇਕਰ ਉਹਨਾਂ ਦਾ ਬ੍ਰਦਰ ਅੱਜ ਪੈਦਾ ਹੋਇਆ ਹੁੰਦਾ ਤਾਂ ਉਹਨਾਂ ਦੇ ਦਿਲ ਦਾ ਇਲਾਜ ਹੋ ਚੁੱਕਿਆ ਹੁੰਦਾ। ਤਾਂ ਇਹ ਇੱਕ ਕੰਡੀਸ਼ਨਲ ਸੈਂਟੈਂਸ ਹੈ, ਤਾਂ ਇਸ ਨੂੰ ਆਪਾਂ ਗ੍ਰਾਮਰ ਦੀ ਭਾਸ਼ਾ ਦੇ ਵਿੱਚ ਆਪਾਂ ਇਸ ਨੂੰ ਥਰਡ ਕੰਡੀਸ਼ਨਲ ਕਹਿੰਦੇ ਹਾਂ। ਇਹ ਥਰਡ ਕੰਡੀਸ਼ਨਲ ਦੇ ਸੈਂਟੈਂਸਿਸ ਮੈਂ ਇੱਕ ਐਕਸਰਸਾਈਜ਼ ਦੇ ਜ਼ਰੀਏ ਬੱਚਿਓ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਏ ਨੇ, ਤਾਂ ਮੈਂ ਉਸਦਾ ਲਿੰਕ ਤੁਹਾਨੂੰ ਬੱਚਿਓ ਉੱਪਰ ਪ੍ਰੋਵਾਈਡ ਕਰ ਰਿਹਾ ਹਾਂ। ਜੇਕਰ ਤੁਸੀਂ ਇਹ ਵਾਲੇ ਜਿਹੜੇ ਕੰਡੀਸ਼ਨਲ ਸੈਂਟੈਂਸਿਸ ਹੈ, ਖਾਸ ਤੌਰ ਤੇ ਥਰਡ ਕੰਡੀਸ਼ਨਲ ਸੈਂਟੈਂਸਿਸ ਨੂੰ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਵਾਲੇ ਲਿੰਕ ਤੇ ਜ਼ਰੂਰ ਜਾਓ ਅਤੇ ਇਹ ਸਾਰੇ ਸੈਂਟੈਂਸਿਸ ਤੁਸੀਂ ਸਮਝ ਸਕਦੇ ਹੋ। ਐਂਡ ਦਿਸ ਮੋਲਡੀ ਬਿਸਕਿਟ ਵਾਸ ਦਾ ਲਾਸਟ ਬਿਸਕਿਟ ਮਾਈ ਬ੍ਰਦਰ ਹੈਡ ਈਟਨ ਬਿਫੋਰ ਹਿਸ ਡੈਥ। ਅਤੇ ਇਹ ਜਿਹੜਾ ਮੋਲਡੀ ਬਿਸਕਿਟ ਸੀ ਜਿਸ ਤੇ ਉੱਲੀ ਲੱਗੀ ਹੋਈ ਸੀ, ਇਹ ਵਾਲਾ ਜਿਹੜਾ ਬਿਸਕਿਟ ਸੀ ਜਿਸ ਦੇ ਉੱਪਰ ਉਸਦੇ 2 ਛੋਟੇ ਜਿਹੇ ਦੰਦਾਂ ਦਾ ਨਿਸ਼ਾਨ ਵੀ ਸੀ, ਇਹ ਅਖੀਰਲਾ ਬਿਸਕਿਟ ਸੀ ਮੇਰੇ ਬ੍ਰਦਰ ਨੇ ਜਿਹੜਾ ਕਿ ਆਪਣੀ ਡੈਥ ਤੋਂ ਪਹਿਲਾਂ ਖਾਧਾ ਸੀ। ਰਾਈਟ ਨੇ ਕਿਹਾ ਸੀ ਨਾ, ਜੇ ਮੇਰੇ ਪਿਤਾ ਜੀ ਅੱਜ ਜਿੰਦਾ ਹੁੰਦੇ ਤਾਂ ਮੈਨੂੰ ਉਹ ਕਹਿੰਦੇ ਕਿ ਪਰਮਾਤਮਾ ਦਾ ਭਾਣਾ ਹੈ ਇਹ ਪਰਮਾਤਮਾ ਤੇਰਾ ਟੈਸਟ ਲੈ ਰਿਹਾ। ਤਾਂ ਤੁਸੀਂ ਖੁਦ ਦੇਖੋ ਕਿ ਇਹਨਾਂ ਦੇ ਪਿਤਾ ਜੀ ਨੇ ਵੀ ਕਿੰਨੇ ਦਰਦ ਝੇਲੇ ਨੇ। ਉਹਨਾਂ ਦੇ ਵੱਡੇ ਬੱਚੇ ਦੀ ਮੌਤ ਹੋਈ ਐਬਨੋਰਮਲ ਹਾਰਟ ਕਰਕੇ, ਫਿਰ ਵੀ ਉਹ ਕਿੰਨਾ ਉਹਨਾਂ 'ਚ ਸਬਰ ਸੀ, ਸੰਤੋਖ ਸੀ ਅਤੇ ਉਹ ਹੌਸਲਾ ਦੇਣ ਵਾਲੇ ਇਨਸਾਨ ਸੀ।